सत श्री अकाल जी सारिਆਂ ਨੂੰ। उम्मीद है तुसी सारे ठीक ठाक होवोगे। शुरू करते हैं साडी अज की कहानी। माता जी, माँ तो मैं हाँ सिमी दी, मिंदी भैन नहीं। उसने सस वाल नूं देखदिया होया बड़े माण नाल कहा, माँ तो तू ही रहना, पर यह शगन तू नहीं कर सकती। क्यों नहीं कर सकती? जद मैं होर सारियां जिम्मेवारियां पूरियां कीतियां हन, शगन करन विच की आ? वो टणकमी जी आवाज़ विच बोली। ਉਹਦੇ घर बहुत सारे मेहमान आए हुए सन। घर नूं पूरी तरह सजाया होया सी। एक पासे नानकियां बैठियां सी, दूजे पासे दादकियां। दोहां धीरां ने लोक गीतां दी पूरी छैबर लाई हुई सी। एक दूजे नूं सिठणियां दे के सुणन वालियां दे ढिड्डी पीड़ां पवा रहीआं सी। ਉਹ हल्के बदामी रंग दा सूट पाई सब रिश्तेदारां दी सेवा कर रही सी। खुशी ਉਹਦੇ चेहरे ते डुल डुल पैंदी सी, क्योंकि कल नूं ਉਹਦੀ ਵੱਡੀ ਧੀ सिमी ਦਾ ਵਿਆਹ ਸੀ। ਅੱਜ ਉਸਦੇ ਸ਼ਗਨ ਲੱਗਣਾ ਸੀ। ਉਹਦੀ ਧੀ सिमी ਅਜੇ ਹੁਣੇ ਪਾਰਲਰ 'ਚੋਂ ਤਿਆਰ ਹੋ ਕੇ ਆਈ ਸੀ। ਹਰ ਕੋਈ ਉਹਦੇ ਸੁਹੱਪਣ ਦੀ ਸਿਫਤ ਕਰ ਰਿਹਾ ਸੀ। ਕੋਈ ਉਹਦੇ ਲਹਿੰਗੇ ਨੂੰ ਫੜ ਕੇ ਦੇਖਦਾ, ਕੋਈ ਉਹਦੀ ਜਿਊਲਰੀ ਨੂੰ। सिमी ਹਲਕੇ ਗੁਲਾਬੀ ਰੰਗ ਦੇ ਲਹਿੰਗੇ ਵਿੱਚ ਪਰੀ ਲੱਗ ਰਹੀ ਸੀ। ਉਂਝ ਉਸਦੀ ਦੂਜੀ ਧੀ ਨਿੰਮੀ ਵੀ ਪਰੀਆਂ ਤੋਂ ਘੱਟ ਨਹੀਂ ਸੀ। ਜਦ ਵਿਆਹ ਵਿੱਚ ਆਈਆਂ ਮੇਲਣਾ ਉਸ ਕੋਲ ਉਹਦੀ ਤੇ ਉਹਦੀ ਧੀਆਂ ਦੀ ਤਾਰੀਫ ਕਰਦੀਆਂ, ਇਹ ਆਖਦੀਆਂ, ਨੀਂਦਰ ਤੇਰੀਆਂ ਦੋਹੇ ਧੀਆਂ ਤਾਂ ਜਮਾਂ ਤੇਰੀ ਕਾਪੀ ਲੱਗਦੀਆਂ ਹਨ। ਇਹ ਗੱਲ ਸੁਣ ਕੇ ਉਹਦੀ ਰੂਹ ਖਿੜ ਜਾਂਦੀ। ਉਸ ਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਹੋਣ ਲੱਗਦਾ। ਉਹ ਹੱਸਦੀ ਆਪਣੇ ਮਨ ਅੰਦਰ ਆਖਦੀ, ਮੇਰੀਆਂ ਧੀਆਂ ਨੇ ਮੇਰੇ ਵਾਂਗ ਹੀ ਲੱਗਣਗੀਆਂ। ਮੇਰੀਆਂ ਧੀਆਂ ਮੇਰੀ ਜਾਨ, ਮੇਰੀ ਜ਼ਿੰਦਗੀ। ਉਹ ਆਪਣੀਆਂ ਧੀਆਂ ਦਾ ਕਦੇ ਵਸਾਹ ਨਾ ਕਰਦੀ। ਜਵਾਨੀ ਵੇਲੇ ਉਹ ਸੱਚਮੁੱਚ ਆਪਣੀਆਂ ਧੀਆਂ ਸਿਮੀ ਤੇ ਨਿੰਮੀ ਵਾਂਗ ਲੱਗਿਆ ਕਰਦੀ ਸੀ। ਉਸ ਦੇ ਪੇਕਿਆਂ ਦਾ ਨਾਂ ਨਰਿੰਦਰਪਾਲ ਸੀ, ਪਰ ਸਾਰੇ ਉਹਨੂੰ ਨੀਂਦਰ ਆਖ ਕੇ ਬੁਲਾਉਂਦੇ। ਉਸ ਦੇ ਕੈਨੇਡਾ ਤੋਂ ਗਏ ਪਤੀ ਰਾਜੇ ਨੇ ਹਜ਼ਾਰਾਂ ਕੁੜੀਆਂ ਨੂੰ ਦੇਖਣ ਤੋਂ ਬਾਅਦ ਜਦ ਉਹਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਉਹ ਉਸੇ ਵਕਤ ਕੀਲਿਆ ਗਿਆ ਸੀ। ਪਹਿਲੀ ਵਾਰੀ ਮਿਲਣ 'ਤੇ ਹੀ ਉਸ ਨੇ ਉਸ ਨੂੰ ਹਾਂ ਕਰ ਦਿੱਤੀ ਸੀ। ਉਸੇ ਵਕਤ ਹੀ ਉਸ ਨੂੰ ਸ਼ਗਨ ਪਾ ਕੇ ਵਿਆਹ ਦਾ ਦਿਨ ਤੈਅ ਹੋ ਗਿਆ ਸੀ। ਵਿਆਹ ਤੋਂ ਤੁਰੰਤ ਬਾਅਦ ਹੀ ਉਸ ਦੇ ਪਤੀ ਨੇ ਉਸ ਦਾ ਨਾਮ ਨਰਿੰਦਰਪਾਲ ਤੋਂ ਬਦਲ ਕੇ ਨੈਂਸੀ ਰੱਖ ਲਿਆ ਸੀ। ਇਸ ਤਰ੍ਹਾਂ ਕੁਝ ਰਿਸ਼ਤੇਦਾਰ ਉਸ ਨੂੰ ਨੈਂਸੀ ਆਖ ਕੇ ਬੁਲਾਉਂਦੇ, ਕੁਝ ਅਜੇ ਨਰਿੰਦਰ ਨਾਮ ਨਾਲ ਹੀ ਬੁਲਾਉਂਦੇ ਸਨ। ਸਿਮੀ ਦੇ ਸ਼ਗਨ ਪੈਣ ਦਾ ਸਮਾਂ ਹੋ ਗਿਆ ਸੀ। ਉਹਦਾ ਸਹੁਰਾ ਪਰਿਵਾਰ ਆ ਚੁੱਕਿਆ ਸੀ। ਗੀਤ ਸੰਗੀਤ ਦਾ ਪੂਰਾ ਮਾਹੌਲ ਮਘਿਆ ਹੋਇਆ ਸੀ। ਨੈਂਸੀ ਨੇ ਸ਼ਗਨ ਵਾਲੀ ਥਾਲੀ ਤੇ ਦੋਸੜੇ ਦੀ ਗੁਲਾਬੀ ਚੁੰਨੀ ਵੀ ਤਿਆਰ ਕਰ ਰੱਖੀ ਸੀ। ਬਸ ਆਪਣੀ ਸੱਸ ਮਾਂ ਦਾ ਇੰਤਜ਼ਾਰ ਕਰ ਰਹੀ ਸੀ ਕਿ ਮਾਤਾ ਜੀ ਕਦ ਉਸ ਨੂੰ ਸ਼ਗਨ ਪਾਉਣ ਦੇ ਲਈ ਹੁਕਮ ਕਰੇ। ਉਹ ਜਦ ਤੋਂ ਇਸ ਘਰ ਵਿੱਚ ਵਿਆਹੀ ਆਈ ਸੀ, ਉਦੋਂ ਤੋਂ ਹੀ ਮਾਤਾ ਜੀ ਦਾ ਹੁਕਮ ਮੰਨਦੀ ਆਈ ਸੀ। ਆਪਣੀ ਸੱਸ ਦੀ ਆਗਿਆ ਮੰਨਣੀ ਉਸ ਦੀ ਮਜਬੂਰੀ ਦੇ ਨਾਲ ਨਾਲ ਹੁਣ ਉਹਦੀ ਆਦਤ ਵੀ ਬਣ ਗਈ ਸੀ। ਉਸ ਵੱਲੋਂ ਸ਼ਗਨ ਦਾ ਸਭ ਸਮਾਨ ਭਾਵੇਂ ਤਿਆਰ ਸੀ, ਪਰ ਫਿਰ ਵੀ ਉਹ ਉਸ ਥਾਲ ਨੂੰ ਵਾਰ-ਵਾਰ ਦੇਖਦੀ। ਥਾਲ ਵਿੱਚ ਪਏ 7 ਲੱਡੂ, ਖੰਮਣੀ, 200 ਦੇ ਨੋਟ ਉਹਨੂੰ ਬੜੇ ਹੀ ਖੂਬਸੂਰਤ ਲੱਗ ਰਹੇ ਸੀ। ਸ਼ਗਨਾਂ ਵਾਲੀ ਗੁਲਾਬੀ ਚੁੰਨੀ, ਜਿਸ ਨੂੰ ਪਤਲੀ ਕਿਨਾਰੀ ਵਾਲਾ ਗੋਟਾ ਲੱਗਿਆ ਹੋਇਆ ਸੀ, ਉਹ ਵੀ ਥਾਲੀ ਉੱਪਰ ਤਹਿ ਲਾ ਕੇ ਰੱਖੀ ਹੋਈ ਸੀ। ਉਹਨੂੰ ਵਾਰ-ਵਾਰ ਖੋਲ੍ਹ ਕੇ ਦੇਖਦੀ। ਉਸ ਚੁੰਨੀ ਦਾ ਗੁਲਾਬੀ ਰੰਗ ਉਹਦੇ ਚਿਹਰੇ ਨੂੰ ਵੀ ਗੁਲਾਬੀ ਕਰ ਰਿਹਾ ਸੀ। ਬਸ ਉਸ ਨੂੰ ਇੰਤਜ਼ਾਰ ਸੀ ਕਿ ਉਸ ਸਮੇਂ ਦਾ, ਕਿ ਕਦ ਉਹ ਉਸ ਚੁੰਨੀ ਨੂੰ ਆਪਣੇ ਸਿਰ 'ਤੇ ਲਵੇ ਤੇ ਆਪਣੀ ਧੀ ਦਾ ਸ਼ਗਨ ਕਰੇ। ਉਸ ਦੇ ਪੈਰ ਅੱਜ ਜ਼ਮੀਨ 'ਤੇ ਨਹੀਂ ਸੀ ਲੱਗ ਰਹੇ। ਮੁੱਦਤਾਂ ਤੋਂ ਬਾਅਦ ਉਹਦੇ ਘਰ ਦੀਆਂ ਬਰੂਹਾਂ 'ਤੇ ਖੁਸ਼ੀ ਨੇ ਦਸਤਕ ਦਿੱਤੀ ਸੀ। ਅੱਜ ਇੱਕ ਪਲ ਉਹ ਮਾਣਨਾ ਚਾਹੁੰਦੀ ਸੀ। ਦੂਜੇ ਪਾਸੇ ਉਹ ਆਪਣੀ ਧੀ ਸਿਮੀ ਬਾਰੇ ਸੋਚ ਕੇ ਉਦਾਸ ਹੋ ਜਾਂਦੀ ਕਿ ਹੁਣ ਸਿਮੀ ਉਹ ਤੋਂ ਦੂਰ ਚਲੀ ਜਾਵੇਗੀ। ਸਿਮੀ ਤੇ ਨਿੰਮੀ ਉਹਦੀ ਪਿਛਲੇ 22 ਸਾਲਾਂ ਤੋਂ ਜ਼ਿੰਦਗੀ ਬਣੀਆਂ ਹੋਈਆਂ ਸੀ। ਸਿਮੀ ਉਦੋਂ 1.5 ਸਾਲ ਦੀ ਸੀ ਤੇ ਨਿੰਮੀ ਸਿਰਫ 6 ਮਹੀਨੇ ਦੀ, ਜਦ ਉਹਦੇ ਪਤੀ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਉਸ ਤੋਂ ਬਾਅਦ ਉਸ ਨੇ ਉਹਨਾਂ ਦੋਹਾਂ ਧੀਆਂ ਦੇ ਆਸਰੇ ਜ਼ਿੰਦਗੀ ਗੁਜ਼ਾਰੀ ਸੀ। ਪਰ ਜਵਾਨ ਹੋਣ ਕਰਕੇ ਰਿਸ਼ਤੇ ਤਾਂ ਭਾਵੇਂ ਉਸ ਨੂੰ ਬਹੁਤ ਆਏ, ਪਰ 2 ਫੁੱਲਾਂ ਵਰਗੀਆਂ ਧੀਆਂ ਨੂੰ ਲੈ ਕੇ ਉਹ ਕਿੱਥੇ ਜਾਂਦੀ। ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਜਦ ਇਹ ਖਬਰਾਂ ਪੜ੍ਹਦੀ
ਕਿ ਫਲਾਂ ਥਾਂ ਮਤਰੇਈ ਬਾਪ ਨੇ ਧੀਆਂ ਨਾਲ ਜਬਰ ਜਨਾਹ ਕੀਤਾ, ਮਤਰੇਏ ਬਾਪ ਨੇ ਧੀਆਂ ਨਾਲ ਮੂੰਹ ਕਾਲਾ ਕੀਤਾ, ਉਸ ਦਾ ਦਿਲ ਦਹਿਲ ਜਾਂਦਾ। ਇਹਨਾਂ ਗੱਲਾਂ ਤੋਂ ਡਰਦੀ ਨੇ ਅੜਬ ਸਹੁਰਿਆਂ ਦੇ ਪਰਿਵਾਰ ਵਿੱਚ ਹੀ ਆਪਣੇ ਦਿਨ ਕੱਢਣੇ ਬਿਹਤਰ ਸਮਝਿਆ। ਕਿਸ ਤਰ੍ਹਾਂ ਉਸਨੇ ਔਖੇ ਦਿਨ ਕੱਢੇ ਸਨ। ਉਸ ਨੂੰ ਅੱਜ ਵਾਰ-ਵਾਰ ਉਹ ਸਮਾਂ ਯਾਦ ਆ ਰਿਹਾ ਸੀ। ਉਸ ਦਾ ਧਿਆਨ ਵੀ ਅੱਜ ਪਤਾ ਨਹੀਂ ਕਿਉਂ ਆਪਣੇ ਪਿਛੋਕੜ ਵੱਲ ਨੂੰ ਜਾਂਦਾ। ਕਦੇ ਉਹ ਕਮਰੇ ਅੰਦਰ ਕੰਧ 'ਤੇ ਲੱਗੀ ਆਪਣੇ ਪਤੀ ਦੀ ਫੋਟੋ ਨੂੰ ਚੋਰੀ-ਚੋਰੀ ਦੇਖਦੀ ਤੇ ਮਨ ਵਿੱਚ ਉਸ ਨੂੰ ਪੁੱਛਦੀ, ਕਿਉਂ ਸਰਦਾਰ ਜੀ, ਹੋ ਰਹੀਆਂ ਨਾ ਇਮਤਿਹਾਨ 'ਚੋਂ ਪਾਸ। ਆ ਹੀ ਗਿਆ ਖੁਸ਼ੀਆਂ ਦਾ ਦਿਨ ਆਪਣੀ ਜ਼ਿੰਦਗੀ ਵਿੱਚ। ਕੁੜੇ ਨੈਣਾ, ਲਿਆ ਪੁੱਤ ਸ਼ਗਨਾਂ ਵਾਲਾ ਥਾਲ, ਕਰੀਏ ਧੀ ਦੇ ਸ਼ਗਨ। ਜਦ ਉਸ ਦੀ ਸੱਸ ਕਦੇ ਖੁਸ਼ੀ ਦੇ ਮੂਡ ਵਿੱਚ ਹੁੰਦੀ ਤਾਂ ਉਸ ਨੂੰ ਨੈਨਸੀ ਨਹੀਂ ਨੈਣਾ ਆਖ ਕੇ ਬੁਲਾਉਂਦੀ। ਰਸੋਈ ਵਿੱਚ ਕੰਮ ਕਰਦੀ ਨੈਨਸੀ ਦੇ ਕੰਨੀ ਸੱਸ ਦੀ ਆਵਾਜ਼ ਪਈ। ਉਹ ਫਟਾਫਟ ਕੰਮ ਛੱਡ ਸ਼ਗਨਾਂ ਵਾਲਾ ਥਾਲ ਚੁੱਕ ਲਿਆਈ। ਆ ਲਓ ਮਾਤਾ ਜੀ। ਉਹ ਥਾਲ ਨੂੰ ਸੱਸ ਦੇ ਅੱਗੇ ਕਰਦਿਆਂ ਬੋਲੀ। ਉਸ ਨੇ ਗੁਲਾਬੀ ਚੁੰਨੀ ਥਾਲ ਤੋਂ ਚੁੱਕ ਲਈ ਤੇ ਫਟਾਫਟ ਉਹਦੀ ਤਹਿ ਨੂੰ ਖੋਲ੍ਹਣਾ ਸ਼ੁਰੂ ਕੀਤਾ। ਇਹ ਚੁੰਨੀ ਮਿੰਦੀ ਨੂੰ ਫੜਾ ਦੇ, ਉਸ ਦੀ ਸੱਸ ਨੇ ਮਿੰਦੀ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਕਿਹਾ। ਸੱਸ ਦੀ ਗੱਲ ਸੁਣੋ ਥਾਂਏ ਰੁਕ ਗਈ ਤੇ ਸੱਸ ਦੇ ਮੂੰਹ ਵੱਲ ਤੱਕਣ ਲੱਗੀ। ਮਿੰਦੀ ਕਿਉਂ? ਉਸ ਦੇ ਮੂੰਹੋਂ ਆਪਣੇ ਆਪ ਹੀ ਨਿਕਲਿਆ। ਹਾਂ ਮਿੰਦੀ, ਉਹੀ ਕਰੇਗੀ ਨਾ ਸ਼ਗਨ, ਤੂੰ ਨਹੀਂ। ਸੱਸ ਮਾਂ ਥਾਲੀ ਵਿਚਲੀਆਂ ਚੀਜ਼ਾਂ ਨੂੰ ਧਿਆਨ ਨਾਲ ਦੇਖਦੀ ਬੋਲੀ, ਪਰ ਮਾਤਾ ਜੀ, ਪਰ ਕੀ? ਮਾਤਾ ਨੇ ਥਾਲੀ ਵੱਲੋਂ ਆਪਣਾ ਧਿਆਨ ਹਟਾ ਕੇ ਮੱਥੇ 'ਤੇ ਤਿਉੜੀ ਪਾ ਕੇ ਉਸ ਨੂੰ ਘੂਰਦਿਆਂ ਕਿਹਾ, ਮਾਤਾ ਜੀ, ਮਾਂ ਤਾਂ ਮੈਂ ਹਾਂ ਸਿੰਮੀ ਦੀ, ਮਿੰਦੀ ਭੈਣ ਨਹੀਂ। ਉਸ ਨੇ ਸੱਸ ਵੱਲ ਨੂੰ ਦੇਖਦਿਆਂ ਹੋਇਆਂ ਬੜੇ ਮਾਣ ਨਾਲ ਕਿਹਾ, ਮਾਂ ਤਾਂ ਤੂੰ ਹੀ ਰਹਿਣਾ, ਪਰ ਸ਼ਗਨ ਤੂੰ ਨਹੀਂ ਕਰ ਸਕਦੀ। ਕਿਉਂ ਨਹੀਂ ਕਰ ਸਕਦੀ? ਜਦ ਮੈਂ ਹੋਰ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਨੇ, ਸ਼ਗਨ ਕਰਨ ਵਿੱਚ ਕੀ ਆ? ਉਹ ਟਣਕਵੀਂ ਆਵਾਜ਼ ਵਿੱਚ ਬੋਲੀ, ਤੇਰੀ ਮੱਤ ਨੂੰ ਕੀ ਹੋ ਗਿਆ? ਹਰ ਗੱਲ ਜੱਗੋ ਤੇਰਵੀਂ ਕਰਦੀ ਆਂ। ਸੱਸ ਨੇ ਫਿਰ ਉਸ ਨੂੰ ਘੂਰਦਿਆਂ ਕਿਹਾ। ਇਸ ਤਰ੍ਹਾਂ ਦੀ ਘੂਰ ਤਾਂ ਉਸ ਨੂੰ ਹੁਣ ਜ਼ਿੰਦਗੀ ਵਿੱਚ ਬਹੁਤ ਵਾਰੀ ਮਿਲਦੀ ਸੀ। ਜਿਸ ਦਿਨ ਉਸ ਤੋਂ ਕੁਝ ਚੰਗੀਆਂ ਕਿਤਾਬਾਂ ਪੜ੍ਹਨਾ, ਚੰਗੇ ਨਾਟਕ ਦੇਖਣੇ ਸ਼ੁਰੂ ਕੀਤੇ ਸੀ, ਉਸ ਦਿਨ ਤੋਂ ਹੀ ਉਹ ਕੁਝ ਸਵਾਲ ਕਰਨ ਲੱਗੀ ਸੀ, ਜੋ ਕਿ ਉਸ ਦੇ ਪੇਕਿਆਂ ਤੇ ਸਹੁਰਿਆਂ 'ਚੋਂ ਕਿਸੇ ਨੂੰ ਵੀ ਪਸੰਦ ਨਹੀਂ ਸਨ। ਉਸ ਦੇ ਮੂੰਹੋਂ ਕਿਉਂ ਸ਼ਬਦ ਨਿਕਲਣ ਤੇ ਸੱਸ ਮਾਂ ਦੇ ਤੇਵਰ ਇੱਕਦਮ ਬਦਲ ਗਏ। ਉਹ ਨੈਨਸੀ ਨੂੰ ਬਾਹੋਂ ਫੜ ਕੇ ਅੰਦਰ ਲੈ ਗਈ। ਉਹਨੂੰ ਸਮਝਾਉਂਦੇ ਆਖਿਆ, ਵੇਖ ਮੇਰੀ ਗੱਲ ਸੁਣ ਕੰਨ ਖੋਲ੍ਹ ਕੇ, ਇਹ ਸ਼ਗਨਾਂ ਦਾ ਕੰਮ ਹੈ। ਇਹੋ ਜਿਹੇ ਦਿਨ ਵਾਰ-ਵਾਰ ਨਹੀਂ ਆਉਂਦੇ। ਮਾਵਾਂ ਧੀਆਂ ਪੁੱਤਾਂ ਹਮੇਸ਼ਾ ਸੁੱਖੀ ਮੰਗਦੀਆਂ ਨੇ। ਇਹ ਸ਼ਗਨ ਮਿੰਦੀ ਨੂੰ ਕਰਨ ਦੇ, ਸੁਹਾਗਣਾ ਹੱਥੋਂ ਹੀ ਸ਼ਗਨ ਸੋਭਦੇ ਨੇ। ਨਹੀਂ, ਮੈਂ ਆਪਣੀ ਧੀ ਦੇ ਸ਼ਗਨ ਖੁਦ ਕਰਾਂਗੀ। ਨੈਨਸੀ ਨੇ ਸੱਸ ਦੀ ਜਿੱਦ ਅੱਗੇ ਅੜਦਿਆਂ ਹੋਇਆਂ ਉੱਚੀ ਆਵਾਜ਼ ਵਿੱਚ ਕਿਹਾ। ਨੂੰਹ ਸੱਸ ਵਿੱਚ ਹੋ ਰਹੀ ਤਕਰਾਰ ਨੂੰ ਸੁਣ ਕੇ ਨੈਨਸੀ ਦੀ ਮਾਂ ਵੀ ਉਸ ਕੋਲ ਆ ਗਈ। ਉਹ ਵੀ ਉਸ ਨੂੰ ਸਮਝਾਉਣ ਲੱਗੀ ਤੇ ਆਖਣ ਲੱਗੀ, ਧੀਏ ਜਿੱਦ ਨਾ ਕਰ, ਸਿਆਣਿਆਂ ਦੀ ਗੱਲ ਮੰਨੀ ਦੀ ਹੈ। ਪਰ ਮਾਂ, ਮੈਂ ਆਪਣੀ ਧੀ ਦਾ ਸ਼ਗਨ ਕਿਉਂ ਨਹੀਂ ਕਰ ਸਕਦੀ? ਮੈਨੂੰ ਕੀ ਹੋਇਆ? ਮੈਨੂੰ ਚੰਗੀ ਤਰ੍ਹਾਂ ਦੇਖ, ਮੇਰੇ ਵਿੱਚ ਕੋਈ ਕਮੀ ਲੱਗਦੀ ਹੈ ਤੈਨੂੰ? ਕਮੀ ਤੇਰੇ 'ਚ ਨਹੀਂ, ਤੇਰੇ ਲੇਖਾਂ ਵਿੱਚ ਹੈ ਧੀਏ, ਮਾਂ ਨੇ ਦੁੱਖ ਭਰੀ ਆਵਾਜ਼ ਵਿੱਚ ਹੌਲੇ ਦੇਣੇ ਕਿਹਾ। ਇਸ ਵਿੱਚ ਦੱਸੋ ਤਾਂ ਸਹੀ, ਮੇਰੇ ਲੇਖਾਂ ਦਾ ਕੀ ਕਸੂਰ ਆ? ਉਸ ਨੇ ਫਿਰ ਦੋਹਾਂ ਮਾਵਾਂ ਕੋਲੋਂ ਆਪਣੇ ਸਵਾਲ ਦਾ ਜਵਾਬ ਮੰਗਿਆ। ਕੁਝ ਸਮਾਂ ਸਭ ਪਾਸੇ ਚੁੱਪ ਪਸਰ ਗਈ। ਤੂੰ ਸ਼ਗਨ ਨਹੀਂ ਕਰ ਸਕਦੀ, ਤੈਨੂੰ ਉਵੇਂ ਕਰਨਾ ਪੈਣਾ ਜਿਵੇਂ ਮੈਂ ਆਨੀ ਆ, ਜੇ ਅਗਾਂ ਦੀ ਸੁੱਖ ਮੰਗਦੀ ਐ ਤਾਂ। ਮੈਨੂੰ ਪਤਾ ਮੈਂ ਕਿਵੇਂ ਆਪਣਾ ਗਾਡਰ ਵਰਗਾ ਪੁੱਤ ਹੱਥੀਂ ਤੋਰਿਆ। ਸੱਸ ਦੇ ਬੋਲ ਕੁਝ ਮਿੰਟਾਂ ਦੀ ਚੁੱਪ ਤੋਂ ਬਾਅਦ ਹੁਣ ਅੱਗੇ ਨਾਲੋਂ ਭਾਰੇ ਹੋ ਗਏ ਸਨ। ਐਨਾ ਆਖ ਮਾਤਾ ਆਪਣੀਆਂ ਅੱਖਾਂ ਨੂੰ ਪੂੰਝਦੀ ਬਾਹਰ ਨੂੰ ਚਲੀ ਗਈ। ਉਹ ਉੱਥੇ ਹੀ ਪੱਥਰ ਦਾ ਬੁੱਤ ਬਣ ਗਈ। ਉਸ ਦੇ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲਿਆ। ਉਸ ਤੋਂ ਸ਼ਗਨਾਂ ਵਾਲੀ ਥਾਲੀ ਤੇ ਗੁਲਾਬੀ ਚੁੰਨੀ ਫੜ ਕੇ ਉਸ ਦੀ ਮਾਂ ਨੇ ਉਸ ਦੀ ਜਠਾਣੀ ਮਿੰਦੀ ਨੂੰ ਫੜਾ ਦਿੱਤੀ, ਜੋ ਉੱਥੇ ਖੜੀ ਸੀ। ਮਿੰਦੀ ਉਹ ਔਰਤ ਸੀ ਜੋ ਰਿਸ਼ਤੇ ਵਜੋਂ ਤਾਂ ਉਸ ਦੀ ਜਠਾਣੀ ਲੱਗਦੀ ਸੀ, ਪਰ ਉਸ ਦੀ ਸਭ ਤੋਂ ਵੱਡੀ ਦੁਸ਼ਮਣ ਸੀ। ਉਸ ਨੇ ਸਾਰੀ ਜ਼ਿੰਦਗੀ ਉਸ ਦੇ ਸਾਹ ਰੋਕੀ ਰੱਖੇ ਤੇ ਉਸ ਦਾ ਜੀਣਾ ਦੁੱਭਰ ਕੀਤਾ ਹੋਇਆ ਸੀ, ਕਿਉਂਕਿ ਉਹ ਇਕੱਲੀ ਸੀ ਜਿਹਦੇ ਸਿਰ 'ਤੇ ਉਸ ਦਾ ਪਤੀ ਨਹੀਂ ਸੀ। ਅੱਜ ਉਹ ਉਸ ਦੀ ਧੀ ਦੇ ਸ਼ਗਨ ਕਰ ਰਹੀ ਸੀ, ਕਿਉਂਕਿ ਉਹ ਸੁਹਾਗਣ ਸੀ, ਉਹਦਾ ਪਤੀ ਜਿਉਂਦਾ ਸੀ। ਮਿੰਦੀ ਦੇ ਸਿਰ 'ਤੇ ਸ਼ਗਨਾਂ ਦੀ ਚੁੰਨੀ ਲਈ ਦੇਖ ਨੈਨਸੀ ਦਾ ਪਾਰਾ ਉੱਪਰ ਨੂੰ ਚੜ੍ਹਦਾ ਜਾ ਰਿਹਾ ਸੀ। ਉਸ ਦਾ ਮਨ ਕਰ ਰਿਹਾ ਸੀ ਕਿ ਜੇ ਉਸ ਦਾ ਵੱਸ ਚੱਲੇ
ਤਾਂ ਉਹ ਮਿੰਦੀ ਨੂੰ ਬਾਂਹ ਤੋਂ ਫੜ ਕੇ ਘਰੋਂ ਕੱਢ ਦੇਵੇ, ਪਰ ਉਹ ਮਜਬੂਰ ਸੀ ਕਿਉਂਕਿ ਉਹ ਘਰ ਇਕੱਲੀ ਉਸ ਦਾ ਨਹੀਂ ਸੀ, ਮਿੰਦੀ ਦਾ ਵੀ ਸੀ। ਇੱਥੋਂ ਤੱਕ ਕਿ ਮਿੰਦੀ ਤਾਂ ਇਸ ਘਰ ਨੂੰ ਪੂਰਾ ਆਪਣਾ ਘਰ ਹੀ ਸਮਝਦੀ ਸੀ ਕਿਉਂਕਿ ਉਸ ਦੇ 2 ਮੁੰਡੇ ਸਨ ਤੇ ਉਸ ਦੀਆਂ 2 ਕੁੜੀਆਂ। ਅੱਜ ਸਿੰਮੀ ਨੇ ਵਿਆਹੀ ਜਾਣਾ ਹੈ, ਕੱਲ੍ਹ ਨੂੰ ਨਿੰਮੀ ਵੀ ਵਿਆਹੀ ਜਾਵੇਗੀ, ਫਿਰ ਸਭ ਕੁਝ ਉਹਦੇ ਮੁੰਡਿਆਂ ਕੋਲ ਹੀ ਰਹਿ ਜਾਵੇਗਾ। ਇਸ ਗੱਲ 'ਤੇ ਉਹਨਾਂ ਦੇ ਘਰ ਪਹਿਲਾਂ ਵੀ ਕਈ ਵਾਰ ਲੜਾਈ ਹੋ ਚੁੱਕੀ ਸੀ। ਉਹਦਾ ਉਸ ਘਰ ਵਿੱਚ ਉੱਕਾ ਹੀ ਦਿਲ ਨਹੀਂ ਸੀ ਲੱਗਦਾ, ਮਜਬੂਰਨ ਉਸ ਨੂੰ ਉੱਥੇ ਰਹਿਣਾ ਪੈ ਰਿਹਾ ਸੀ। ਉਹਦੇ ਪਤੀ ਦੀ ਮੌਤ ਤੋਂ ਬਾਅਦ ਉਹਦੇ ਮਾਪਿਓ ਤੇ ਸੱਸ ਸਹੁਰੇ ਨੇ ਉਸ ਦੇ ਸਿਰ 'ਤੇ ਆਪਣੀ ਇੱਜ਼ਤ ਦਾ ਟੋਕਰਾ ਰੱਖ ਦਿੱਤਾ ਸੀ। ਉਸ ਦੇ ਅਜੇ ਵਿਆਹ ਨੂੰ 3 ਸਾਲ ਹੋਏ ਸਨ ਜਦੋਂ ਉਹਦੇ ਪਤੀ ਦੀ ਮੌਤ ਹੋ ਗਈ ਸੀ। ਉਹ ਅਜੇ 22 ਸਾਲਾਂ ਦੀ ਸੀ ਜਦੋਂ ਉਹ ਵਿਧਵਾ ਹੋ ਗਈ। ਉਦੋਂ ਤੋਂ ਉਹਦੇ ਮਾਪਿਆਂ ਤੇ ਸਹੁਰਿਆਂ ਨੇ ਉਹਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਤੂੰ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ। ਉਸ 'ਤੇ ਬਹੁਤ ਸਾਰੀਆਂ ਰੋਕਾਂ ਲਗਾ ਦਿੱਤੀਆਂ ਗਈਆਂ। ਉਹਨੂੰ ਮਾਪਿਆਂ ਤੇ ਸਹੁਰਿਆਂ ਦੇ ਅਧੀਨ ਹੋ ਕੇ ਰਹਿਣਾ ਪੈ ਰਿਹਾ ਸੀ। BA B.Ed ਨੈਂਸੀ ਨੂੰ ਪਤੀ ਦੀ ਮੌਤ ਤੋਂ ਬਾਅਦ ਸਮਾਜ ਨੇ ਕੋਰੀ ਅਨਪੜ੍ਹ ਬਣਾ ਦਿੱਤਾ ਸੀ। ਉਹਦੇ ਕੱਪੜਿਆਂ 'ਚੋਂ ਲਾਲ ਗੁਲਾਬੀ ਰੰਗ ਦੇ ਕੱਪੜੇ ਚੁੱਕ ਦਿੱਤੇ ਗਏ ਸੀ। ਅਨੇਕਾਂ ਹੋਰ ਰੰਗਾਂ ਦੀ ਜ਼ਿੰਦਗੀ 'ਚੋਂ ਮਨਫੀ ਕਰ ਦਿੱਤਾ ਸੀ। ਇੱਥੋਂ ਤੱਕ ਉਸ ਨੂੰ ਹਾਰ ਸ਼ਿੰਗਾਰ ਲਗਾਉਣ ਤੋਂ ਵੀ ਵਰਜਿਤ ਕਰ ਦਿੱਤਾ ਗਿਆ ਸੀ। ਉਸ ਲਈ ਉੱਚੀਆਂ ਕੰਧਾਂ ਨੂੰ ਹੋਰ ਉੱਚੀਆਂ ਕਰ ਦਿੱਤਾ ਗਿਆ, ਜਿੱਥੇ ਉਸ ਦਾ ਕਈ ਵਾਰੀ ਸਾਹ ਘੁੱਟਣ ਲੱਗਦਾ। ਉਹ ਕੁਝ ਬੋਲਣਾ ਚਾਹੁੰਦੀ ਪਰ ਹਰ ਵਾਰ ਉਸ ਨੂੰ ਚੁੱਪ ਕਰਵਾ ਦਿੱਤਾ ਜਾਂਦਾ। ਜਿੱਥੇ ਕਿਸੇ ਵੀ ਰਿਸ਼ਤੇਦਾਰੀ ਵਿੱਚ ਵਿਆਹ ਸ਼ਾਦੀ ਹੋਣਾ ਉੱਥੇ ਉਹ ਨਹੀਂ ਸੀ ਜਾਂਦੀ। ਜਠਾਣੀ ਮਿੰਦੀ ਜਾਇਆ ਕਰਦੀ ਸੀ, ਭਾਵੇਂ ਉਹ ਮਿੰਦੀ ਨਾਲੋਂ ਕਿਤੇ ਵੱਧ ਸੂਝਵਾਨ ਸਿਆਣੀ ਪੜ੍ਹੀ ਲਿਖੀ ਕੁੜੀ ਸੀ, ਜਿਸ ਨੂੰ ਬੋਲਣ ਦਾ ਇੰਨਾ ਵਧੀਆ ਸਲੀਕਾ ਸੀ ਕਿ ਹਰ ਕੋਈ ਉਸ ਨਾਲ ਗੱਲ ਕਰਨੀ ਪਸੰਦ ਕਰਦਾ ਸੀ। ਪਰ ਉਸ ਨੂੰ ਹਰ ਸਮੇਂ ਲੋਕਾਂ ਤੋਂ ਬਚਾ ਕੇ ਰੱਖਿਆ ਜਾਂਦਾ। ਉਹਦੇ ਪਤੀ ਦੀ ਮੌਤ ਦਾ ਦੋਸ਼ੀ ਉਸ ਨੂੰ ਹੀ ਸਮਝਿਆ ਜਾਂਦਾ। ਅਸਲ ਜ਼ਿੰਦਗੀ ਨੇ ਉਸ ਤੋਂ ਅਜਿਹੇ ਇਮਤਿਹਾਨ ਲਏ ਸਨ ਜੋ ਕਦੇ ਕਿਸੇ ਯੂਨੀਵਰਸਿਟੀ ਨੇ ਕਿਸੇ ਤੋਂ ਨਹੀਂ ਸੀ ਲਏ। ਉਂਝ ਤਾਂ ਭਾਵੇਂ ਉਹਦੇ ਪਤੀ ਦੀ ਮੌਤ ਹੋਈ ਨੂੰ ਕਈ ਸਾਲ ਹੋ ਗਏ ਸਨ, ਇਸ ਸਮੇਂ ਦਰਮਿਆਨ ਉਹਦੀਆਂ ਭਾਵਨਾਵਾਂ ਨੂੰ ਬਹੁਤ ਵਾਰ ਜਲੀਲ ਕੀਤਾ ਗਿਆ। ਉਹਦੇ ਕੋਮਲ ਮਨ 'ਤੇ ਬਹੁਤ ਸਾਰੀਆਂ ਠੇਸਾਂ ਲੱਗੀਆਂ ਸਨ, ਪਰ ਅੱਜ ਵਾਲੀ ਘਟਨਾ ਨੇ ਤਾਂ ਉਹਨੂੰ ਹਿਲਾ ਕੇ ਹੀ ਰੱਖ ਦਿੱਤਾ ਸੀ। ਉਸ ਦੀ ਧੀ ਦਾ ਵਿਆਹ ਹੋਵੇ ਤੇ ਉਹਦੇ ਹੁੰਦਿਆਂ ਹੋਇਆਂ ਕੋਈ ਹੋਰ ਸ਼ਗਨ ਕਰੇ, ਇਹ ਉਸ ਦੇ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਸੀ ਹੋ ਰਿਹਾ। ਉਸ ਨੂੰ ਜਾਪ ਰਿਹਾ ਸੀ ਕਿ ਜਿਵੇਂ ਉਹ ਜਿਉਂਦੀ ਹੀ ਮਾਰੀ ਜਾ ਰਹੀ ਹੋਵੇ। ਇਸ ਸਮੇਂ ਉਹਨੇ ਆਪਣੀ ਚੇਤਨਾ ਨੂੰ ਹਿਲਾਉਣਿਆ ਉਸ ਤੋਂ ਹੋਰ ਜਲੀਲ ਨਹੀਂ ਸੀ ਹੋਇਆ ਜਾ ਰਿਹਾ। ਉਹ ਬਹੁਤ ਪਰੇਸ਼ਾਨ ਹੋ ਚੁੱਕੀ ਸੀ। ਬਹੁਤ ਸਾਰੇ ਸਵਾਲ ਉਹਦੇ ਜ਼ਿਹਨ ਵਿੱਚ ਪੈਦਾ ਹੋ ਚੁੱਕੇ ਸੀ। ਉਹ ਆਪਣੇ ਆਪ ਨਾਲ ਸਵਾਲ ਜਵਾਬ ਕਰਨ ਲੱਗਦੀ, ਮੈਂ ਆਪਣੀ ਧੀ ਦੇ ਸ਼ਗਨ ਕਿਉਂ ਨਹੀਂ ਕਰ ਸਕਦੀ? ਸੁਹਾਗਣ, ਰੰਡੀ, ਵਿਧਵਾ, ਕੁਲੈਣੀ, ਬਾਂਝ, ਇਹ ਸਾਰੇ ਸ਼ਬਦ ਔਰਤ ਲਈ ਕਿਉਂ ਬਣੇ ਨੇ? ਜੇ ਔਰਤ ਲਈ ਹੀ ਹਨ ਤਾਂ ਕਿਉਂ ਮਰਦ ਲਈ ਇਹ ਸ਼ਬਦ ਕਿਉਂ ਨਹੀਂ ਵਰਤੇ ਜਾਂਦੇ? ਕੀ ਮਰਦ ਤੋਂ ਬਿਨਾਂ ਔਰਤ ਦਾ ਆਪਣਾ ਕੋਈ ਵਜੂਦ ਨਹੀਂ ਹੈ? ਕੀ ਔਰਤ ਦੀ ਜ਼ਿੰਦਗੀ 'ਚ ਮਰਦ ਦਾ ਹੋਣਾ ਜ਼ਰੂਰੀ ਆ? ਕੀ ਔਰਤ ਮਰਦ ਤੋਂ ਬਗੈਰ ਇਕੱਲਿਆਂ ਜ਼ਿੰਦਗੀ ਨਹੀਂ ਜੀ ਸਕਦੀ? ਔਰਤ ਦੀ ਦੁਸ਼ਮਣ ਕਿਉਂ ਆ? ਸਾਡੀਆਂ ਸਮਾਜਿਕ ਤਰੁੱਟੀਆਂ ਉਸ ਨੂੰ ਵਾਰ-ਵਾਰ ਪਰੇਸ਼ਾਨ ਕਰ ਰਹੀਆਂ ਸੀ। ਆਪਣੀ ਅੰਦਰਲੀ ਆਵਾਜ਼ ਨਾਲ ਉਹ ਆਪੇ ਹੀ ਭਮੱਤਰ ਗਈ। ਜ਼ਿੰਦਗੀ 'ਚ ਭਾਵੇਂ ਉਸ ਨੇ ਬਹੁਤ ਦੁੱਖ ਦੇਖੇ ਸੀ, ਪਰ ਕਦੇ ਉਹ ਇੰਨਾ ਡਰੀ ਨਹੀਂ ਸੀ। ਅੱਜ ਅੰਦਰਲੇ ਵਿਚਾਰਾਂ ਨੇ ਉਹਦੇ ਅੰਦਰ ਖੋਰੂ ਪਾ ਰੱਖਿਆ ਸੀ। ਵਾਰ-ਵਾਰ ਉਹਨੂੰ ਔਰਤ ਹੋਣਾ ਇੱਕ ਸ਼ਰਾਪ ਲੱਗਦਾ ਸੀ। ਕਦੇ ਉਹਨਾਂ ਔਰਤਾਂ ਬਾਰੇ ਸੋਚਦੀ ਜੋ ਅਜਿਹੀਆਂ ਜ਼ਿੰਦਗੀਆਂ ਨੂੰ ਛੱਡ ਕੇ ਅੱਗੇ ਲੰਘ ਜਾਂਦੀਆਂ। ਕਦੇ ਵੀ ਉਸ ਨਾਲ ਅਜਿਹਾ ਨਹੀਂ ਸੀ ਹੋਇਆ ਕਿ ਉਹ ਆਪਣੇ ਆਪ ਨਾਲ ਸਵਾਲ ਜਵਾਬ ਕਰੇ। ਅੱਜ ਪਹਿਲੀ ਵਾਰ ਅਣਗਿਣਤ ਸਵਾਲਾਂ ਨੇ ਉਸ ਨੂੰ ਘੇਰ ਲਿਆ ਸੀ। ਸਮਾਜ ਵਿੱਚ ਇਕੱਲੀ ਔਰਤ ਦੀ ਕੋਈ ਅਹਿਮੀਅਤ ਨਹੀਂ, ਇੱਥੋਂ ਤੱਕ ਕਿ ਇਕੱਲੀ ਮਾਂ ਦੀ ਵੀ ਆਪਣੇ ਆਪ ਵਿੱਚ ਕੋਈ ਅਹਿਮੀਅਤ ਨਹੀਂ। ਉਸ ਦੇ ਨਾਲ ਵੀ ਬੱਚੇ ਦਾ ਪਿਓ ਹਰ ਸਮੇਂ ਹੋਣਾ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਬੱਚੇ ਦੇ ਸ਼ਗਨ ਕਰ ਸਕੇ, ਕੋਈ ਕਾਰ ਵਿਹਾਰ ਕਰ ਸਕੇ। ਫਿਰ ਉਹ ਆਪਣੇ ਅੰਦਰ ਉੱਠੇ ਸਵਾਲਾਂ ਦੇ ਜਵਾਬ ਵੀ ਆਪਣੇ ਆਪ ਦਿੰਦੀ, ਨਹੀਂ, ਇਹ ਨਹੀਂ ਹੋ ਸਕਦਾ। ਕੋਈ ਵੀ ਇਕੱਠਾ ਜੰਮਦਾ ਨਹੀਂ ਤੇ ਕੋਈ ਵੀ ਇਕੱਠਾ ਮਰਦਾ ਨਹੀਂ। ਇੱਥੋਂ ਤੱਕ ਕਿ ਜੁੜਵਾ ਬੱਚੇ ਵੀ ਕੁਝ ਸਮੇਂ ਦੇ ਵਕਫੇ ਨਾਲ ਪੈਦਾ ਹੁੰਦੇ ਨੇ, ਭਾਵੇਂ ਇਹ ਵਕਫਾ ਕੁਝ ਮਿੰਟਾਂ ਦਾ ਹੀ ਕਿਉਂ ਨਾ ਹੋਵੇ। ਇਸੇ ਤਰ੍ਹਾਂ ਪਤੀ ਪਤਨੀ ਹਨ, ਦੋਹਾਂ 'ਚੋਂ ਇੱਕ ਨੇ ਤਾਂ ਪਹਿਲਾਂ ਜਾਣਾ ਹੀ ਆ। ਮੌਤ ਇੱਕ ਕੁਦਰਤੀ ਵਰਤਾਰਾ, ਫਿਰ ਵੀ ਅਸੀਂ ਇਸ ਨੂੰ ਸਵੀਕਾਰ ਕਿਉਂ ਨਹੀਂ ਕਰਦੇ?
ਕਿਉਂ ਅਸੀਂ ਇੱਕ ਦੂਜੇ ਨੂੰ ਇੱਕ ਦੂਜੇ ਦੀ ਮੌਤ ਦਾ ਕਾਰਨ ਮੰਨਦੇ ਹਾਂ? ਕੌਣ ਚਾਹੁੰਦਾ ਕਿ ਉਹਦਾ ਪਿਆਰ ਉਸ ਤੋਂ ਦੂਰ ਹੋਵੇ? ਕੌਣ ਚਾਹੁੰਦਾ ਹੈ ਕਿ ਬੱਚਿਆਂ ਤੋਂ ਉਹਦਾ ਮਾਪਾ ਦੂਰ ਹੋ ਜਾਵੇ? ਪਰ ਇੱਥੇ ਅਸੀਂ ਕੁਝ ਨਹੀਂ ਕਰ ਸਕਦੇ। ਇਹ ਸਭ ਕੁਦਰਤ ਦੇ ਵੱਸ ਹੈ। ਨੈਂਸੀ ਆਪਣੇ ਆਪ 'ਚ ਇੰਨੀ ਖੂਬੀ ਹੋਈ ਸੀ ਕਿ ਉਹਨੂੰ ਪਤਾ ਵੀ ਨਾ ਚੱਲਿਆ ਕਿ ਕਦ ਸ਼ਗਨ ਪਾਉਣ ਦੀ ਰਸਮ ਸ਼ੁਰੂ ਹੋ ਗਈ। ਉਸ ਨੇ ਆਪਣੇ ਆਪ 'ਚੋਂ ਬਾਹਰ ਆ ਕੇ ਆਪਣੀ ਸੱਸ ਅਤੇ ਆਪਣੀ ਜਠਾਣੀ ਵੱਲ ਨੂੰ ਤੱਕਿਆ। ਉਹ ਦੋਵੇਂ ਜਣੀਆਂ ਬਹੁਤ ਖੁਸ਼ ਸਨ। ਮੀਂਦੀ ਗੁਲਾਬੀ ਰੰਗ ਦੀ ਚੁੰਨੀ ਲੈ ਕੇ ਬੈਠੀ ਸੀ। ਆਪਣੇ ਆਪ ਨੂੰ ਇੰਜ ਸਮਝ ਰਹੀ ਸੀ ਜਿਸ ਤਰ੍ਹਾਂ ਉਸ ਨੇ ਦੁਨੀਆ ਜਿੱਤ ਲਈ ਹੋਵੇ। ਉਸ ਨੂੰ ਗੁਲਾਬੀ ਰੰਗ ਦੀ ਚੁੰਨੀ ਲੈ ਕੇ ਸਜੀ ਦੇਖ ਕੇ ਉਸ ਦੇ ਅੰਦਰੋਂ ਫਿਰ ਕੁਝ ਉਬਾਲ ਉੱਠੇ। ਉਹ ਆਪਣੇ ਅੰਦਰ ਬੋਲਣ ਲੱਗੀ, ਸਾਨੂੰ ਬਦਲਣਾ ਪਵੇਗਾ, ਜ਼ਰੂਰ ਬਦਲਣਾ ਪਵੇਗਾ। ਨਹੀਂ ਨਹੀਂ, ਇਹ ਨਹੀਂ ਹੋ ਸਕਦਾ, ਸਰਾਸਰ ਗਲਤ ਹੈ। ਉਸ ਨੇ ਆਪਣੀ ਸੱਸ ਅਤੇ ਮਾਂ ਦੇ ਚਿਹਰੇ ਵੱਲ ਨੂੰ ਤੱਕਿਆ। ਉਹਨੂੰ ਜਾਪਿਆ ਜਿਵੇਂ ਉਹ ਦੋਨੋਂ ਉਸ ਨੂੰ ਘੂਰ ਰਹੀਆਂ ਹੋਣ। ਉਹ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ ਅਤੇ ਆਪਣੇ ਪਤੀ ਦੀ ਤਸਵੀਰ ਅੱਗੇ ਖੜ੍ਹ ਕੇ ਆਪਣਾ ਮਨ ਖਰਾਬ ਕਰਨ ਲੱਗੀ। ਜਿਉਂ ਹੀ ਮੀਂਦੀ ਸਿੰਮੀ ਨੂੰ ਸ਼ਗਨ ਪਾਉਣ ਲੱਗੀ ਤਾਂ ਉਸ ਦੀ ਧੀ ਸਿੰਮੀ ਇੱਕਦਮ ਉੱਚੀ ਆਵਾਜ਼ ਵਿੱਚ ਬੋਲੀ, ਵੇਅਰ ਇਜ਼ ਮੌਮ? ਸਿੰਮੀ ਦੀ ਆਵਾਜ਼ ਉਹਦੇ ਕੰਨਾਂ ਤੱਕ ਪਹੁੰਚੀ। ਆਵਾਜ਼ ਸੁਣ ਕੇ ਝੱਟ ਦੇਣੇ ਬਾਹਰ ਆਈ। ਮੈਂ ਇੱਥੇ ਹੀ ਹਾਂ ਬੇਟਾ, ਤੁਸੀਂ ਅੱਗੇ ਆਓ ਮੌਮ, ਪਹਿਲਾਂ ਸ਼ਗਨ ਤੁਸੀਂ ਕਰੋ। ਸਿੰਮੀ ਨੇ ਚਮਕਦੀਆਂ ਅੱਖਾਂ ਤੇ ਮੁਸਕਰਾਉਂਦੇ ਚਿਹਰੇ ਰਾਹੀਂ ਉਸ ਨੂੰ ਕਿਹਾ। ਵੱਡੀ ਭੈਣ ਸਿੰਮੀ ਦੇ ਮੂੰਹੋਂ ਇਹ ਗੱਲ ਸੁਣ ਕੇ ਛੋਟੀ ਨਿੰਮੀ ਨੇ ਆਪਣੀ ਤਾਈ ਮਿੰਦੋ ਤੋਂ ਗੁਲਾਬੀ ਚੁੰਨੀ ਲਾਹ ਕੇ ਆਪਣੀ ਮਾਂ ਦੇ ਸਿਰ 'ਤੇ ਦੇ ਦਿੱਤੀ। ਇਹ ਸੀ ਜੀ ਅੱਜ ਦੀ ਕਹਾਣੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ। ਧੰਨਵਾਦ।